ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਤਖ਼ਤ ਚਵਰ ਦੇ ਮਾਲਕ ਗਰੀਬ ਨਵਾਜ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤ ਸੰਗੀ ਜਨੋ, ਆਓ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਜਪਜੀ ਸਾਹਿਬ ਨੂੰ ਵਿਚਾਰਦਿਆਂ ਅੱਜ ਦਾ ਜਿਹੜਾ ਬਚਨ ਆਪਾਂ ਸਤਿਗੁਰੂ ਦਾ ਵਿਚਾਰਨਾ ਉਹ ਅਜੂਨੀ ਸੈਭੰ। ਇਸ ਵਿਚਾਰ ਨੂੰ ਆਰੰਭਣ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਸ ਅਕਾਲ ਪੁਰਖ ਦੇ ਗੁਣਾਂ ਨੂੰ ਬਿਆਨ ਕਰ ਰਹੇ ਹੈ ਤੇ ਆਰੰਭਤਾ ਵਿੱਚ ਬਚਨ ਆਖੇ ਇੱਕ ਓੰਕਾਰ ਪਰਮਾਤਮਾ ਇੱਕ ਹੈ, ਅਦੁੱਤੀ ਹੈ। ਸਤਿਨਾਮ ਉਹਦਾ ਨਾਮ ਸੱਚਾ ਹੈ। ਕਰਤਾ ਪੁਰਖ ਉਹ ਸਭ ਕੁਝ ਕਰਨ ਦੇ ਸਮਰੱਥ ਹੈ, ਉਸੇ ਦਾ ਸਭ ਕੁਝ ਕੀਤਾ ਹੋਇਆ ਹੈ, ਉਹ ਸਮਾਇਆ ਹੋਇਆ ਹੈ। ਨਿਰਭਉ ਨਿਰਵੈਰ ਜਿਹਨੂੰ ਕਿਸੇ ਦਾ ਭੈ ਨਹੀਂ, ਜਿਹਨੂੰ ਕਿਸੇ ਦਾ ਕੋਈ ਡਰ ਨਹੀਂ। ਅਕਾਲ ਮੂਰਤ ਜਿਹਨੂੰ ਕੱਲ ਆਪਾਂ ਵਿਚਾਰਿਆ ਸੀ, ਉਹ ਕਾਲ ਸਮੇਂ ਤੇ ਮੌਤ ਤੋਂ ਪਰੇ ਹੈ, ਉਹ ਅਕਾਲ ਮੂਰਤ ਹੈ। ਅੱਜ ਦਾ ਜਿਹੜਾ ਬਚਨ ਆਪਾਂ ਵਿਚਾਰਨਾ ਉਹ ਅਜੂਨੀ ਸੈਭੰ। ਅਜੂਨੀ ਦਾ ਅੱਖਰੀ ਅਰਥ ਹੈ ਉਹ ਜੂਨਾਂ ਵਿੱਚ ਨਹੀਂ ਆਉਂਦਾ, ਉਹ ਨਾ ਹੀ ਕਦੀ ਮਰਦਾ ਜੰਮਦਾ ਨਾ ਕਦੀ ਜੂਨਾਂ ਵਿੱਚ ਆਉਂਦਾ। ਸੈਭੰ ਦਾ ਅੱਖਰੀ ਅਰਥ ਹੈ ਸੁੱਤੇ ਪ੍ਰਕਾਸ਼। ਉਹਦਾ ਜਿਹੜਾ ਪ੍ਰਕਾਸ਼ ਹੈ ਉਹ ਆਪਣੇ ਆਪ ਤੋਂ ਹੈ, ਉਹਦਾ ਕੋਈ ਮਾਂ ਬਾਪ ਨਹੀਂ ਹੈ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਪੜ੍ਹੋ। ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬਚਨ ਹੈ। ਸਾਹਿਬ ਕਹਿਣ ਲੱਗੇ ਆਪਾਂ ਜਿੰਨੇ ਜੀਵ ਹੈ, ਆਪਾਂ ਨੂੰ ਤੇ ਬਹੁਤੀ ਵਾਰੀ ਇਹ ਵੀ ਨਹੀਂ ਪਤਾ ਵੀ ਜਿਹੜੇ ਮਾਂ ਬਾਪ ਸਾਡੇ ਹੁੰਦੇ ਨੇ, ਇਹ ਮਾਂ ਬਾਪ ਹੁਣ ਨੇ, ਪਹਿਲਾਂ ਦੇ ਮਾਂ ਬਾਪ ਕੌਣ ਸੀ ਤੇ ਸਾਨੂੰ ਮਨੁੱਖਾ ਜਨਮ ਕਾਹਦੇ ਲਈ ਮਿਲਿਆ। ਰੱਬੀ ਬਾਣੀ ਦੇ ਬਚਨ ਨੇ ਕਤ ਕੀ ਮਾਈ ਬਾਪ ਕਤ ਕੇਰਾ, ਸਾਨੂੰ ਕੋਈ ਧਿਆਨ ਨਹੀਂ। ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ ਕਿ ਕਦੋਂ ਦੀ ਸਾਡੀ ਮਾਂ ਹੈ, ਭਾਵ ਅਸੀਂ ਕਿੰਨੇ ਜਨਮ ਲਏ ਤੇ ਕਿੰਨੀ ਵਾਰੀ ਮਾਂ ਦੀ ਕੁੱਖ ਤੋਂ ਜਨਮ ਲਿਆ। ਕਤ ਕੀ ਮਾਈ ਬਾਪ ਕਤ ਕੇਰਾ ਕਿੱਦੂ ਥਾਵੋਂ ਹਮ ਆਏ। ਕਿਹੜੀਆਂ ਕਿਹੜੀਆਂ ਥਾਵਾਂ ਤੋਂ ਸਫ਼ਰ ਕਰਕੇ ਅਸੀਂ ਆਏ ਹਾਂ, ਸਾਨੂੰ ਗਿਆਤ ਨਹੀਂ ਹੈ। ਕਿਹੜੀਆਂ ਕਿਹੜੀਆਂ ਜੂਨਾਂ ਭੋਗ ਕੇ ਆਏ ਹਾਂ। ਕਤ ਕੀ ਮਾਈ ਬਾਪ ਕਤ ਕੇਰਾ ਕਿੱਦੂ ਥਾਵੋਂ ਹਮ ਆਏ। ਅਗਨ ਬਿੰਬ ਜਲ ਭੀਤਰ ਨਿਪਜੇ
ਕਾਹੇ ਕੰਮ ਉਪਾਏ। ਇਹਦਾ ਅਰਥ ਹੈ ਅਗਨ ਬਿੰਬ ਦਾ ਅਰਥ ਹੈ ਮਾਤਾ ਦੇ ਉਦਰ ਵਿੱਚ ਜਿਹੜਾ ਜਠਰ ਅਗਨੀ ਬਲਦੀ ਹੈ। ਅਸੀਂ ਕਿੰਨੇ ਵਾਰੀ ਮਾਂ ਦੇ ਉਦਰ ਤੋਂ ਜਨਮ ਲਿਆ। ਅਗਨ ਬਿੰਬ ਜਲ ਭੀਤਰ ਨਿਪਜੇ, ਕਿੰਨੇ ਵਾਰੀ ਪਿਤਾ ਦੇ ਬਿੰਦ ਰਾਹੀਂ ਮਾਂ ਦੇ ਉਦਰ ਵਿੱਚ ਨਿਵਾਸ ਹੋਇਆ। ਸਾਨੂੰ ਇਸ ਗੱਲ ਦੀ ਗਿਆਤ ਨਹੀਂ ਹੈ। ਤੇ ਅਗਲੇ ਬਚਨ ਨੇ ਕਾਹੇ ਕੰਮ ਉਪਾਏ। ਸਤਿਗੁਰੂ ਸਾਨੂੰ ਤੇ ਇਹ ਵੀ ਧਿਆਨ ਨਹੀਂ ਅਸੀਂ ਮਨੁੱਖਾ ਜਨਮ ਕਾਹਦੇ ਲਈ ਮਿਲੇ ਹੈ। ਰਹਾਉ ਬਲੀ ਤੋਕ ਹੈ ਬਚਨ ਹੈ, ਸਾਡੀ ਤੇ ਇੱਕੋ ਹੀ ਅਰਦਾਸ ਹੈ ਮੇਰੇ ਸਾਹਿਬ, ਹੇ ਸਤਿਗੁਰੂ ਕੌਣ ਜਾਣੇ ਗੁਣ ਤੇਰੇ, ਕਹੇ ਨਾ ਜਾਣੀ ਔਗੁਣ ਮੇਰੇ। ਸਾਨੂੰ ਤੇ ਇੰਨੀ ਗਿਆਤ ਹੈ ਵੀ ਤੂੰ ਗੁਣਾਂ ਦਾ ਖਜ਼ਾਨਾ ਹੈ, ਤੇਰੇ ਗੁਣਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਤੇ ਅਸੀਂ ਔਗੁਣਾਂ ਨਾਲ ਭਰੇ ਹੋਏ ਹਾਂ। ਅਗਲੇ ਬਚਨ ਨੇ ਸਤਿਗੁਰੂ ਦੇ, ਉਹ ਪਰਮਾਤਮਾ ਅਜੂਨੀ ਹੈ। ਪਰ ਸਾਹਿਬ ਕਹਿਣ ਲੱਗੇ ਬੰਦੇ ਤੂੰ ਕਦੀ ਆਪਣੇ ਵੱਲ ਖਿਆਲ ਕਰ। ਕੇਤੇ ਰੁੱਖ ਬਿਰਖ ਹਮ ਚੀਨੇ, ਕੇਤੇ ਪਸ਼ੂ ਉਪਾਏ, ਕੇਤੇ ਨਾਗ ਕੁੱਲੀ ਮੈਂ ਆਏ, ਕੇਤੇ ਪੰਖ ਉਡਾਏ। ਆਹ ਪੰਕਤੀਆਂ ਵੱਲ ਬਹੁਤ ਧਿਆਨ ਦੇ ਕੇ ਇਹਦੇ ਅਰਥਾਂ ਨੂੰ ਸੁਣਿਓ। ਸਾਹਿਬ ਕਹਿਣ ਲੱਗੇ ਕੇਤੇ ਰੁੱਖ ਬਿਰਖ ਹਮ ਚੀਨੇ, ਪਤਾ ਨਹੀਂ ਅਸੀਂ ਕਿੰਨੇ ਜਨਮ ਰੁੱਖਾਂ ਦੇ ਤੇ ਬਿਰਖਾਂ ਦੇ ਭੋਗ ਕੇ ਆਏ ਹਾਂ। ਕੇਤੇ ਰੁੱਖ ਬਿਰਖ ਹਮ ਚੀਨੇ, ਕੇਤੇ ਪਸ਼ੂ ਉਪਾਏ, ਪਤਾ ਨਹੀਂ ਕਿੰਨੇ ਜਨਮ ਅਸੀਂ ਪਸ਼ੂਆਂ ਦੇ ਭੋਗੇ ਹੈ। ਸ਼ਬਦ ਪਸ਼ੂ ਇੱਕ ਹੈ ਪਰ ਇਹਦੇ ਵਿੱਚ ਕਿੰਨੇ ਤਰ੍ਹਾਂ ਦੇ ਪਸ਼ੂ ਨੇ। ਕੇਤੇ ਨਾਗ ਕੁੱਲੀ ਮੈਂ ਆਏ, ਪਤਾ ਨਹੀਂ ਕਿੰਨੇ ਜਨਮ ਅਸੀਂ ਧਰਤੀ ਤੇ ਰੇਂਗ ਕੇ ਤੁਰਨ ਵਾਲੇ ਸੱਪ ਆਦਿਕ ਜੀਵਾਂ ਦੇ ਜਿਹੜੇ ਕੁੱਲੀਆਂ ਵਿੱਚ ਰਹਿਣ ਵਾਲੇ ਇਹੋ ਜਿਹੇ ਜੀਵਾਂ ਦੇ ਭੋਗੇ ਨੇ। ਕੇਤੇ ਨਾਗ ਕੁੱਲੀ ਮੈਂ ਆਏ, ਕੇਤੇ ਪੰਖ ਉਡਾਏ, ਪਤਾ ਨਹੀਂ ਅਸੀਂ ਕਿੰਨੀ ਵਾਰ ਪੰਖ ਉਡਾਏ ਦਾ ਆਖਰੀ ਅਰਥ ਹੈ ਪੰਛੀਆਂ ਦੇ ਜੂਨ ਭੋਗੇ। ਕਿੰਨੇ ਵਾਰੀ ਖੰਭ ਮਾਰੇ ਹੋਣਗੇ। ਹੁਣ ਪੰਛੀ ਸ਼ਬਦ ਇੱਕ ਹੈ। ਗੁਰੂ ਨਾਨਕ ਸਾਹਿਬ ਦਾ ਬਾਣੀ ਵਿੱਚ ਬਚਨ ਹੈ ਪੰਛੀਆਂ ਦੀ ਗਿਣਤੀ ਤੇ ਬੇਅੰਤ ਹੈ। ਸਤਿਗੁਰੂ ਨੂੰ ਬਚਨ ਆਖਿਆ, ਸਤਿਗੁਰੂ ਨੇ ਬਚਨ ਆਖਿਆ ਭਲਿਆ ਇਵੇਂ ਤੂੰ ਆਪਣਾ ਜੀਵਨ ਲੰਘਾ ਕੇ ਆਏ ਹੈ। ਕੇਤੇ ਪੰਖ ਉਡਾਏ, ਮੇਰੇ ਸਾਹਿਬ ਇੱਕੋ ਹੀ ਅਰਦਾਸ ਕਰ, ਕਹੇ ਨਾ ਜਾਣੀ ਗੁਣ ਤੇਰੇ, ਤੇਰੇ ਗੁਣ ਬੇਅੰਤ ਨੇ। ਕੌਣ ਜਾਣੇ ਗੁਣ ਤੇਰੇ, ਕਹੇ ਨਾ ਜਾਣੀ ਅਵਗੁਣ ਮੇਰੇ, ਮੇਰੇ ਅਵਗੁਣ ਬੇਅੰਤ ਨੇ। ਬਿਲਕੁਲ ਇਵੇਂ ਇੱਕ ਬਚਨ ਗੁਰੂ ਅਰਜਨ ਸਾਹਿਬ ਜੀ ਦਾ ਹੁੰਦਾ ਹੈ। ਮੈਂ ਤੁਹਾਨੂੰ ਬਾਣੀ ਵਿੱਚੋਂ ਪ੍ਰਮਾਣ ਦੇ ਰਿਹਾ ਕਿ ਉਹ ਪਰਮਾਤਮਾ ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਅਜੂਨੀ ਹੈ, ਜੂਨਾਂ ਤੋਂ ਰਹਿਤ ਹੈ। ਪਰ ਆਪਾਂ ਜਿਹੜੇ ਜੀਵ ਆ ਆਪਾਂ ਜੂਨਾਂ ਭੁਗਤ ਰਹੇ ਹਾਂ। ਬਾਣੀ ਵਿੱਚ ਬਚਨ ਹੁੰਦਾ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਸ਼ ਸੰਝਰੀਆ, ਕਈ ਜਨਮ ਸੈਲ ਗਿਰ ਕਰਿਆ, ਕਈ ਜਨਮ ਗਰਭ ਹਿਰ ਖਰਿਆ, ਕਈ ਜਨਮ ਸਾਖ ਕਰ ਉਪਾਇਆ, ਲੱਖ 84 ਜੋਨ ਪਰਮਾਇਆ। ਇਹ ਗੁਰੂ ਅਰਜਨ ਦੇਵ ਜੀ ਦਾ ਬਚਨ ਹੈ। ਮੈਂ ਫਿਰ ਤੁਹਾਨੂੰ ਇੱਕ ਬੇਨਤੀ ਕਰਾਂ, ਸਿੱਖ ਦੇ ਜੀਵਨ ਦਾ ਜਿਹੜਾ ਧੁਰ ਹੈ ਉਹ ਰੱਬੀ ਬਾਣੀ ਹੈ। ਬਾਣੀ ਦੇ ਅਰਥਾਂ ਨੂੰ ਵਿਚਾਰਨਾ ਬੜਾ ਲਾਜ਼ਮੀ ਹੈ। ਸਤਿਗੁਰੂ ਦੇ ਇੱਕ ਇੱਕ ਸ਼ਬਦ ਦੇ ਅਰਥ ਵੱਲ ਧਿਆਨ ਦਿਓ। ਕਈ ਜਨਮ ਭਏ ਕੀਟ ਪਤੰਗਾ, ਕਈ ਜਿਹੜਾ ਸ਼ਬਦ ਹੈ ਇਹਦਾ ਆਖਰੀ ਇਹ ਬਹੁ ਵਚਨ ਹੈ। ਬਹੁਤ ਜਨਮ, ਕਈ ਜਨਮ ਭਏ ਕੀਟ ਪਤੰਗਾ, ਤੂੰ ਕੀੜਿਆਂ ਦੇ ਪਤੰਗਿਆਂ ਦੇ ਭੋਗੇ ਹੈ।
ਕਈ ਜਨਮ ਗੱਜ ਮੀਨ ਕੁਰੰਗਾ। ਗੱਜ ਦਾ ਅਰਥ ਹੁੰਦਾ ਹਾਥੀ, ਮੀਨ ਦਾ ਅਰਥ ਹੁੰਦਾ ਮੱਛੀ, ਕੁਰੰਗੇ ਦਾ ਅਰਥ ਹੁੰਦਾ ਹਿਰਨ। ਤੂੰ ਬੇਅੰਤ ਜਨਮ ਹਾਥੀਆਂ ਦੇ, ਮੱਛੀਆਂ ਦੇ, ਕੁਰੰਗੇ ਦਾ ਅਰਥ ਹਿਰਨ ਆਦਿਕ ਜੀਵਾਂ ਦੇ ਭੋਗੀ ਹੈ। ਕਈ ਜਨਮ ਗੱਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ। ਬੇਅੰਤ ਜਨਮ ਤੂੰ ਪੰਛੀਆਂ ਦੇ ਭੋਗੇ। ਧਰਤੀ ਤੇ ਰੇਂਗ ਕੇ ਤੁਰਨ ਵਾਲੇ ਜੀਵ ਪੰਛੀਆਂ ਆਦਿਕਾਂ ਦੇ ਭੋਗੇ ਹੈ। ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਹੈਵਰ ਦਾ ਅਰਥ ਘੋੜੇ, ਬ੍ਰਿਖ ਦਾ ਅਰਥ ਰੁੱਖ। ਕਈ ਜਨਮ ਤੂੰ ਘੋੜਿਆਂ ਦੇ ਤੇ ਕਈ ਜਨਮ ਤੂੰ ਰੁੱਖਾਂ ਆਦਿਕਾਂ ਦੇ ਭੋਗੇ। ਇੱਕ ਬੇਨਤੀ ਤੁਹਾਨੂੰ ਫਿਰ ਕਰਾਂ, ਜਿਹੜੀ ਜੀਵਾਂ ਦੀ ਉਤਪਤੀ ਹੈ ਨਾ, ਪੈਦਾਇਸ਼ ਹੈ ਜਿਹੜੀ, ਉਹ ਚਾਰ ਖਾਣੀਆਂ ਤੋਂ ਹੈ। ਕਲਗੀਧਰ ਜੀ ਦਾ ਆਪਾਂ ਬਚਨ ਪੜ੍ਹਦੇ ਹਾਂ, ਅੰਡਜ ਜੇਰਜ ਸੇਤਜ ਕੀਨੀ, ਉਤ ਭੁਜ ਖਾਨ ਬਹੁਰ ਰਚ ਦੀਨੀ। ਚਾਰ ਖਾਣੀਆਂ, ਬਹੁਤ ਧਿਆਨ ਨਾਲ ਇਹਦਾ ਅਰਥਾਂ ਵੱਲ ਖਿਆਲ ਕਰਿਓ। ਇਹਨਾਂ ਤੋਂ ਜੀਵਾਂ ਦੀ ਉਤਪਤੀ ਹੈ। ਇੱਕ ਅੰਡਜ ਹੈ। ਅੰਡਜ ਦਾ ਆਖਰੀ ਅਰਥ ਹੈ ਜਿਹੜੇ ਜੀਵ ਅੰਡਿਆਂ ਤੋਂ ਜਨਮ ਲੈਂਦੇ ਹੈ। ਖਾਸ ਕਰਕੇ ਪੰਛੀਆਂ ਦੇ ਜੀਵ ਨੇ, ਬੱਚੇ ਨੇ ਪੰਛੀਆਂ ਦੇ, ਉਹ ਅੰਡਜ ਤੋਂ ਜਨਮ ਲੈਂਦੇ ਆ, ਅੰਡਿਆਂ ਤੋਂ। ਜੇਰਜ ਦਾ ਆਖਰੀ ਅਰਥ ਹੈ ਜਿਹੜੇ ਜੀਵ ਜੇਰ ਤੋਂ ਜਨਮ ਲੈਂਦੇ ਆ। ਖਾਸ ਕਰਕੇ ਮਨੁੱਖ ਤੇ ਪਸ਼ੂ ਦੇ ਬੱਚੇ, ਉਹ ਜੇਰ ਤੋਂ ਜਨਮ ਲੈਂਦੇ ਆ। ਸੇਤਜ ਦਾ ਜਿਹੜਾ ਆਖਰੀ ਅਰਥ ਹੈ ਉਹ ਹੈ ਹੁਮਸ, ਪਸੀਨੇ ਤੋਂ ਜਨਮ ਲੈਣ ਵਾਲੇ ਜੀਵ, ਜਿਨ੍ਹਾਂ ਵਿੱਚ ਖਾਸ ਕਰਕੇ ਮੱਛਰ ਮੱਖੀ ਆਦਿਕ, ਇਹ ਜਿਹੜੇ ਜੀਵ ਨੇ ਇਹ ਸੇਤਜ ਖਾਣੀ ਤੋਂ ਜਨਮ ਲੈਂਦੇ ਆ। ਚੌਥਾ ਇੱਕ ਵਚਨ ਹੈ ਉਤ ਭੁਜ। ਉਤ ਭੁਜ ਜਿਹੜਾ ਸ਼ਬਦ ਹੈ ਨਾ, ਜਿਹੜੇ ਰੁੱਖ ਤੇ ਪੱਥਰ ਨੇ, ਇਹਨਾਂ ਦੀ ਪੈਦਾਇਸ਼ ਉਤ ਭੁਜ ਖਾਣੀ ਤੋਂ ਹੈ। ਤਾਂ ਸਤਿਗੁਰੂ ਨੇ ਬਚਨ ਆਖਿਆ, ਕਹਿਣ ਲੱਗੇ ਭਲਿਆ ਇਵੇਂ ਚਾਰ ਖਾਣੀਆਂ ਤੋਂ ਜੀਵਾਂ ਦਾ ਜਨਮ ਹੁੰਦਾ ਹੈ। ਤੇ ਗੁਰੂ ਅਰਜਨ ਸਾਹਿਬ ਜਿਹੜਾ ਬਚਨ ਆਖ ਰਹੇ ਹੈ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗੱਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਤੂੰ ਕਈ ਜਨਮ ਕੀੜਿਆਂ ਪਤੰਗਿਆਂ ਦੇ ਭੋਗੇ, ਪੰਛੀਆਂ ਸੱਪਾਂ ਦੇ ਭੋਗੇ, ਕਈ ਜਨਮ ਹਾਥੀ ਮੱਛੀ ਤੇ ਹਿਰਨਾਂ ਦੇ ਭੋਗੇ, ਕਈ ਜਨਮ ਤੂੰ ਘੋੜੇ ਤੇ ਅਗਲਾ ਬਚਨ ਵਰਤਿਆ ਰੁੱਖਾਂ ਦੇ ਭੋਗ ਕੇ ਆਏ। ਗੁਰੂ ਨੇ ਅਗਲੇ ਬਚਨ ਆਖੇ, ਕਹਿਣ ਲੱਗੇ ਮਿਲ ਜਗਦੀਸ਼ ਮਿਲਣ ਕੀ ਬਰੀਆ। ਜਗਦੀਸ਼ ਦਾ ਆਖਰੀ ਅਰਥ ਹੁੰਦਾ ਜਗਤ ਦਾ ਈਸ਼ਵਰ ਪਰਮਾਤਮਾ। ਕਹਿਣ ਲੱਗੇ ਆਹ ਜਿਹੜਾ ਮਨੁੱਖਾ ਜਨਮ ਹੈ, ਇਹ ਤੈਨੂੰ ਜਗਤ ਦੇ ਈਸ਼ਵਰ ਪਰਮਾਤਮਾ ਦੇ ਮਿਲਾਪ ਲਈ ਮਿਲੇ ਹੈ। ਮਿਲ ਜਗਦੀਸ਼ ਮਿਲਣ ਕੀ ਬਰੀਆ। ਬਰੀਆ ਦਾ ਅਰਥ ਆ ਇੱਕ ਬਾਰੀ ਹੈ। ਨਾਲ ਬਚਨ ਆਖਿਆ ਚਿਰੰਕਾਲ ਮਿਲ ਦੇ ਸੰਜਰੀਆ। ਚਿਰੰਕਾਲ ਦਾ ਅਰਥ ਹੁੰਦਾ ਬਹੁਤ ਲੰਮੇ ਸਮੇਂ ਤੋਂ ਬਾਅਦ ਆ ਤੈਨੂੰ ਮਨੁੱਖਾ ਜਨਮ ਮਿਲਿਆ। ਅਗਲੇ ਬਚਨ ਕੁਝ ਹੋਰ ਆਖੇ, ਕਈ ਜਨਮ ਸ਼ੈਲ ਗਿਰ ਕਰਿਆ। ਸ਼ੈਲ ਦਾ ਅਰਥ ਪੱਥਰ, ਗਿਰ ਦਾ ਅਰਥ ਪਹਾੜ। ਕਈ ਜਨਮ ਤੂੰ ਪੱਥਰਾਂ ਦੇ ਪਹਾੜਾਂ ਦੇ ਭੋਗੇ ਨੇ। ਮੈਂ ਫਿਰ ਤੁਹਾਨੂੰ ਬੇਨਤੀ ਕਹਿ ਰਿਹਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰੁੱਖਾਂ ਤੇ ਪੱਥਰਾਂ ਨੂੰ ਇੱਕ ਜੂਨ ਮੰਨਦੀ ਹੈ। ਕਈ ਜਨਮ ਸੈਲ ਗਿਰ ਕਰਿਆ, ਕਈ ਜਨਮ ਗਰਭ ਹਿਰ ਖਿਰਿਆ। ਆ ਜਿਹੜਾ ਸ਼ਬਦ ਹੈ ਇਹਦੇ ਵੱਲ ਧਿਆਨ ਦਿਓ।
ਕਈ ਜਨਮ ਤੂੰ ਮਾਤਾ ਦੇ ਉਦਰ ਵਿੱਚ ਹੀ ਛਣ ਗਿਆ, ਤੇਰਾ ਜਨਮ ਹੀ ਨਹੀਂ ਹੋਇਆ। ਅੱਜ ਵੀ ਆਪਾਂ ਮਨੁੱਖੀ ਦੁਨੀਆ ਵਿੱਚ ਵੇਖਦੇ ਹਾਂ, ਕਈ ਵਾਰੀ ਬੱਚੇ ਦਾ ਜਨਮ ਤੋਂ ਪਹਿਲਾਂ ਹੀ ਮੌਤ ਹੈ। ਸਤਿਗੁਰੂ ਬਾਣੀ ਵਿੱਚ ਬਚਨ ਆਖਦੇ ਹੈ, ਕਈ ਜਨਮ ਸੈਲ ਗਿਰ ਕਰਿਆ, ਕਈ ਜਨਮ ਗਰਭ ਹਿਰ ਖਰਿਆ, ਕਈ ਜਨਮ ਤੂੰ ਮਾਤਾ ਤੇ ਉਦਰ ਵਿੱਚ ਹੀ ਆਪਣੇ ਪ੍ਰਾਣ ਤਿਆਗਿਆ, ਛਣ ਗਿਆ। ਕਈ ਜਨਮ ਸਾਖ ਕਰ ਉਪਾਇਆ, ਕਈ ਜਨਮ ਤੂੰ ਬਨਸਪਤੀ ਦੇ ਭੋਗੇ ਨੇ, 184 ਜੋਨ ਪਰਮਾਇਆ। ਉਹ ਬੰਦੇ ਇਵੇਂ ਕਰਕੇ ਤੂੰ 84 ਲੱਖ ਜੂਨਾਂ ਵਿੱਚ ਭਰਮਦਾ ਰਿਹਾ। ਪਰ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਇੱਕ ਪਰਮਾਤਮਾ ਹੈ ਜਿਹੜਾ ਅਜੂਨੀ ਹੈ। ਆਪਾਂ ਤੇ ਸਾਰੇ ਜੂਨਾਂ ਵਿੱਚ ਭਟਕਣ ਵਾਲੇ ਹੈ। ਤਾਂ ਹੀ ਗੁਰੂ ਅਰਜਨ ਸਾਹਿਬ ਮਹਾਰਾਜ ਸਿੱਖ ਨੂੰ ਰੋਜ਼ਾਨਾ ਸੁਚੇਤ ਕਰਦਿਆਂ ਬਚਨ ਆਖਦੇ ਹੈ, ਭਈ ਪ੍ਰਾਪਤ ਮਾਨੁਖ ਦੇ ਹੋਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਉਹ ਭਲਿਆ ਤੈਨੂੰ ਮਨੁੱਖਾ ਜਨਮ ਮਿਲਿਆ ਤੇ ਉਸ ਗੋਬਿੰਦ ਪਰਮਾਤਮਾ ਨੂੰ ਮਿਲਣ ਦੀ ਆ ਇੱਕ ਬਾਰੀ ਹੈ। ਵੇਖੀ ਕਦੇ ਤੂੰ ਇਹਨੂੰ ਵੀ ਵਿਕਾਰਾਂ ਵਿੱਚ ਪਾ ਕੇ, ਮੋਹ ਮਮਤਾ ਵਿੱਚ ਪਾ ਕੇ ਵਿਅਰਥ ਨਾ ਗਵਾ ਲਈ। ਕਹਿਣ ਲੱਗੇ, ਪਿੰਡ ਅੰਦਰ ਇੱਕ ਮਦਾਰੀ ਬਾਂਦਰ ਦੇ ਗਲ ਰੱਸੀ ਪਾ ਕੇ ਤੇ ਤਮਾਸ਼ਾ ਵਿਖਾ ਰਿਹਾ ਸੀ। ਬੇਅੰਤ ਲੋਕਾਂ ਦਾ ਸੱਥ ਵਿੱਚ ਇਕੱਠ ਹੋ ਗਿਆ ਤਮਾਸ਼ਾ ਵੇਖਣ ਵਾਲਿਆਂ ਦਾ। ਲੋਕ ਬੜੇ ਪ੍ਰਸੰਨ। ਬਾਂਦਰ ਕਈ ਤਰ੍ਹਾਂ ਦੀਆਂ ਹਰਕਤਾਂ ਕਰਦਾ ਹੈ। ਕਦੀ ਕਿਸੇ ਦੇ ਹੱਥ ਵਿੱਚੋਂ ਕੋਈ ਵਸਤੂ ਖੋਹਦਾ, ਜਿਵੇਂ ਉਹਦੇ ਜੀਵ ਦੇ ਕਰਮ ਨੇ। ਮਦਾਰੀ ਤਮਾਸ਼ਾ ਵਿਖਾ ਰਿਹਾ, ਲੋਕ ਬਹੁਤ ਪ੍ਰਸੰਨ ਹੋਏ। ਤੇ ਇੱਕ ਰਾਹਗੀਰ ਰੱਬੀ ਪੁਰਸ਼ ਲੰਘ ਰਿਹਾ ਸੀ, ਰੱਬੀ ਫਕੀਰ। ਉਹਨੇ ਆ ਕੇ ਵੇਖਿਆ ਵੀ ਲੋਕਾਂ ਦਾ ਇਕੱਠ ਹੈ। ਉਹ ਇਕੱਠ ਦੇ ਜਦੋਂ ਵਿੱਚ ਆਇਆ ਤੇ ਆ ਕੇ ਵੇਖਿਆ ਵੀ ਮਦਾਰੀ ਬਾਂਦਰ ਦਾ ਤਮਾਸ਼ਾ ਵਿਖਾ ਰਿਹਾ ਹੈ। ਕਹਿਣ ਲੱਗੇ, ਫਕੀਰ ਦੇ ਨੇਤਰਾਂ ਵਿੱਚੋਂ ਨੀਰ ਆ ਗਿਆ। ਲੋਕ ਤੇ ਹੱਸ ਰਹੇ ਸਨ ਤਮਾਸ਼ਾ ਵੇਖ ਕੇ। ਫਕੀਰ ਸੀ ਜਿਹੜਾ, ਉਹਦੇ ਨੇਤਰਾਂ ਵਿੱਚੋਂ ਨੀਰ ਆਇਆ। ਜਦੋਂ ਉਹ ਬਜ਼ੁਰਗ ਫਕੀਰ ਦੇ ਹਟਕੋਰਿਆਂ ਦੀ ਆਵਾਜ਼ ਆਈ, ਉਹਦੇ ਰੋਂਦੇ ਦੀ, ਨੇਤਰਾਂ ਭਰਿਆਂ ਦੀ ਆਵਾਜ਼ ਰੋਣ ਦੀ ਆਈ ਤੇ ਸਾਰੇ ਲੋਕ ਸਤਿਕਾਰ ਕਰਦੇ ਸਨ। ਲੋਕਾਂ ਨੇ ਤਮਾਸ਼ੇ ਵੱਲੋਂ ਬਿਰਤੀ ਹਟਾ ਕੇ ਫਕੀਰ ਵੱਲ ਧਿਆਨ ਦਿੱਤਾ ਤੇ ਫਕੀਰ ਨੂੰ ਕਹਿਣ ਲੱਗੇ, ਫਕੀਰ ਸਾਈਂ, ਤੇਰੇ ਰੋਣ ਦਾ ਕੀ ਕਾਰਨ ਹੈ? ਸਾਰੇ ਲੋਕ ਤੇ ਤਮਾਸ਼ਾ ਵੇਖ ਕੇ ਪ੍ਰਸੰਨ ਨੇ ਬਾਂਦਰ ਦਾ। ਕਹਿਣ ਲੱਗੇ, ਉਸ ਰੱਬੀ ਫਕੀਰ ਨੇ ਆਖਿਆ, ਭਲਿਓ ਤੁਸੀਂ ਬਹੁਤ ਅਗਿਆਨਤਾ ਵਿੱਚ ਜੀਵਨ ਗੁਜ਼ਾਰ ਰਹੇ ਹੋ। ਇਹ ਕਹਾਣੀ ਬਾਂਦਰ ਦੇ ਤਮਾਸ਼ੇ ਦੀ ਨਹੀਂ, ਇਹ ਕਹਾਣੀ ਤੇ ਆਪਣੇ ਸਾਰਿਆਂ ਦੇ ਜੀਵਨ ਦੀ ਹੈ। ਉਹਨਾਂ ਆਖਿਆ, ਇਹ ਕਿਵੇਂ? ਬਾਣੀ ਦਾ ਬਚਨ ਵੀ ਹੈ, ਮੈਂ ਤੁਹਾਨੂੰ ਬੇਨਤੀ ਕਰਾਂ। ਕਹਿਣ ਲੱਗੇ, ਭਲਿਓ ਜਦੋਂ ਇਹ ਮਦਾਰੀ ਨੇ ਜਾਂ ਸ਼ਿਕਾਰੀ ਨੇ ਇਹ ਬਾਂਦਰ ਨੂੰ ਪਕੜਿਆ, ਤੁਹਾਨੂੰ ਪਤਾ ਕਿਵੇਂ ਪਕੜਿਆ? ਉਦੋਂ ਇਹਨੂੰ ਪਕੜਿਆ ਇਵੇਂ ਸੀ, ਧਰਤੀ ਵਿੱਚ ਇੱਕ ਕੁੱਜਾ ਧਰਤੀ ਵਿੱਚ ਦੱਬ ਦਿੱਤਾ, ਉਹਦਾ ਮੂੰਹ ਬਾਹਰ ਰੱਖਿਆ ਤੇ ਉਹਦੇ ਵਿੱਚ ਪਾਏ ਭੁੱਜੇ ਦਾਣੇ, ਛੋਲੇ ਆਦਿਕ। ਬਾਂਦਰ ਵਿਚਾਰਾ ਆਪਣੀ ਭੁੱਖ ਦੇ ਕਾਰਨ ਜਦੋਂ ਆਇਆ, ਉਹਨੇ ਕੁੱਜੇ ਵਿੱਚ ਆਪਣਾ ਹੱਥ ਪਾਇਆ ਤੇ ਜਦੋਂ ਮੁੱਠ ਦਾਣਿਆਂ ਦੀ ਭਰੀ ਤੇ ਹੱਥ ਬਾਹਰ ਕੱਢਣ ਲੱਗਿਆ, ਉਹਦਾ ਹੱਥ ਬਾਹਰ ਨਾ ਨਿਕਲੇ, ਕਿਉਂਕਿ ਕੁੱਜੇ ਦਾ ਮੂੰਹ ਭੀੜਾ ਸੀ। ਹੁਣ ਨਾ ਹੀ ਉਹ ਲਾਲਚ ਵਸ ਪਿਆ ਦਾਣੇ ਛੱਡਦਾ, ਜਾਂ ਤੇ ਉਹ ਥੋੜੇ ਦਾਣੇ ਘਟਾ ਦੇ, ਨਾ ਹੀ ਬਾਂਦਰ ਦਾਣੇ ਛੱਡਦਾ ਆਪਣੇ ਹੱਥ ਵਿੱਚੋਂ, ਤੇ ਨਾ ਹੀ ਉਹ ਹੱਥ ਬਾਹਰ ਨਿਕਲਦਾ। ਜਦੋਂ ਇਵੇਂ ਕਰਕੇ ਕੁੱਜਾ ਧਰਤੀ ਵਿੱਚ ਗੱਡਿਆ ਹੋਇਆ, ਉਹਨੇ ਹੱਥ ਪੈ ਤੇ ਗਿਆ। ਜਦੋਂ ਮੁੱਠ ਦਾਣਿਆਂ ਦੀ ਭਰੀ
ਉਹ ਹੱਥ ਬਾਹਰ ਨਹੀਂ ਨਿਕਲਦਾ। ਇੰਨੇ ਲੁਕ ਕੇ ਬੈਠੇ ਸ਼ਿਕਾਰੀ ਨੇ ਕੋਲ ਆ ਕੇ ਉਹਨੂੰ ਪਕੜ ਕੇ ਗਲ ਵਿੱਚ ਰੱਸੀ ਪਾ ਲਈ। ਲਾਲਚ ਬਸ ਪਿਆ ਹੋਇਆ ਬਾਂਦਰ ਅੱਜ ਘਰ ਘਰ ਭਟਕਦਾ ਪਿਆ, ਨੱਚਦਾ ਪਿਆ। ਉਹ ਰੱਬੀ ਫਕੀਰ ਕਹਿਣ ਲੱਗਿਆ, ਭਲਿਓ ਇਹ ਤੇ ਕਹਾਣੀ ਆਪਣੇ ਜੀਵਨ ਦੀ ਹੈ। ਗੁਰੂ ਤੋਂ ਟੁੱਟ ਕੇ, ਪਰਮਾਤਮਾ ਦੇ ਨਾਮ ਤੋਂ ਟੁੱਟ ਕੇ, ਵਿਕਾਰਾਂ ਦੇ ਵਿਸ਼ਿਆਂ ਦੇ ਰਸਾਂ ਵਿੱਚ ਪੈ ਕੇ, ਲਾਲਚ ਬਸ ਪੈ ਕੇ ਮਨੁੱਖ ਬਹੁਤੀ ਵਾਰੀ ਜੂਨਾਂ ਵਿੱਚ ਭਟਕਦਾ ਹੈ। ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਚਨ ਵੀ ਆਉਂਦਾ ਭਗਤ ਕਬੀਰ ਸਾਹਿਬ ਦਾ, ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾ ਰੇ, ਲੀਨੀ ਹੱਥ ਪਸਾਰ ਛੂਟਣ ਕੋ ਸਹਿਸਾ ਭਰਿਆ ਮਨ ਬੌਰਾ ਰੇ, ਨਾਚਿਓ ਘਰ ਘਰ ਬਾਰ। ਸਤਿਗੁਰੂ ਕਹਿਣ ਲੱਗੇ, ਉਹ ਵੇਖੋ ਕਿਵੇਂ ਬਾਂਦਰ ਲਾਲਚ ਬਸ ਪੈਣ ਕਾਰਨ ਅੱਜ ਘਰ ਘਰ ਨੱਚ ਰਿਹਾ ਹੈ। ਉਸ ਰੱਬੀ ਫਕੀਰ ਨੇ ਇਹ ਗੱਲ ਸਮਝਾਈ, ਜਿਹੜਾ ਤਮਾਸ਼ਾ ਤੁਸੀਂ ਵੇਖ ਕੇ ਪ੍ਰਸੰਨ ਹੋ ਰਹੇ ਹੋ ਨਾ, ਇਸੇ ਤਮਾਸ਼ੇ ਵਿੱਚ ਤੇ ਆਪਾਂ ਉਲਝੇ ਹੋਏ ਹਾਂ। ਗੁਰੂ ਨੇ ਪਾਵਨ ਬਾਣੀ ਵਿੱਚ ਬਚਨ ਆਖਿਆ, ਕਹਿਣ ਲੱਗੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਉਹ ਮਾਲਕ ਪਰਮਾਤਮਾ ਅਜੂਨੀ ਹੈ, ਉਹ ਜੂਨਾਂ ਤੋਂ ਰਹਿਤ ਹੈ। ਅਗਲਾ ਜਿਹੜਾ ਬਚਨ ਹੈ ਉਹ ਨਾਲ ਨਾਲ ਅਰਥ ਧਿਆਨ ਵਿੱਚ ਰੱਖੋ। ਸਹਿ ਭੰਗ ਸੁੱਤੇ ਪ੍ਰਕਾਸ਼, ਉਹਦਾ ਮਾਂ ਬਾਪ ਕੋਈ ਨਹੀਂ, ਉਹਦਾ ਪ੍ਰਕਾਸ਼ ਆਪਣੇ ਆਪ ਤੋਂ ਹੈ। ਇੱਕ ਬੇਨਤੀ ਮੈਂ ਤੁਹਾਨੂੰ ਹੋਰ ਕਹਿਣ ਲੱਗੀ, ਗੁਰਬਾਣੀ ਵਿੱਚ ਇੱਕ ਬਚਨ ਆਉਂਦਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ। ਜਨਮ ਅਸ਼ਟਮੀ ਜਦੋਂ ਆਉਂਦੀ ਹੈ ਨਾ, ਤੇ ਕੁਝ ਲੋਕ ਭਰਮ ਦੇ ਵਿੱਚ ਪਏ ਨੇ। ਉਹ ਕੀ ਕਰਦੇ ਹੈ ਵੀ ਜਨਮ ਅਸ਼ਟਮੀ ਵਾਲੇ ਦਿਨ ਇੱਕ ਸ਼ਬਦ ਵਰਤਦੇ ਹੈ ਵੀ ਅੱਜ ਭਗਵਾਨ ਦਾ ਜਨਮ ਹੋਇਆ, ਅੱਜ ਦੇ ਦਿਨ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦਾ ਬਚਨ ਹੈ, ਕਹਿਣ ਲੱਗੇ ਸਗਲੀ ਥੀਤ ਪਾਸ ਡਾਰ ਰਾਖੀ, ਅਸ਼ਟਮ ਥੀਤ ਗੋਬਿੰਦ ਜਨਮਾਸੀ। ਇਹਨੂੰ ਬਹੁਤ ਧਿਆਨ ਨਾਲ ਸੁਣਿਓ, ਇਹ ਕੁਝ ਸ਼ਬਦ ਬਹੁਤ ਘੱਟ ਵਿਚਾਰੇ ਹੁੰਦੇ ਆ ਬਾਣੀ ਵਿੱਚੋਂ ਤੇ ਮਹਿੰਗੇ ਬੋਲ ਹੁੰਦੇ ਆ। ਇਹਦੇ ਅਰਥ ਨੇ ਜਿੰਨੀਆਂ ਬਾਕੀ ਥਿੱਤਾਂ ਨੇ ਉਹ ਤੇ ਕੋਲ ਰੱਖ ਲੀਆਂ। ਇੱਕ ਥਿੱਤ ਜਨਮ ਅਸ਼ਟਮੀ ਹੈ ਜਿਹੜੀ, ਉਸ ਦਿਨ ਕੁਝ ਲੋਕ ਹਿੰਦੂ ਭਰਾ ਕੀ ਕਰਦੇ ਆ ਵੀ ਉਹ ਪੰਗੂੜੇ ਵਿੱਚ ਇੱਕ ਨਿੱਕੇ ਜਿਹੇ ਬੱਚੇ ਨੂੰ ਪਾ ਲੈਂਦੇ ਆ, ਪਿੰਗੇ ਦੇ ਅੰਦਰ ਪਾ ਕੇ ਇੱਕ ਛੋਟੇ ਬੱਚੇ ਨੂੰ, ਫਿਰ ਉਹਨੂੰ ਲੋਰੀਆਂ ਦਿੰਦੇ ਆ ਤੇ ਸ਼ਬਦ ਵਰਤਦੇ ਆ ਵੀ ਅੱਜ ਭਗਵਾਨ ਦਾ ਜਨਮ ਹੋਇਆ, ਕਿਉਂਕਿ ਉਹ ਸਮਝਦੇ ਵੀ ਕ੍ਰਿਸ਼ਨ ਭਗਵਾਨ ਹੈ ਤੇ ਕ੍ਰਿਸ਼ਨ ਜੀ ਦਾ ਜਨਮ ਹੋਇਆ, ਅੱਜ ਭਗਵਾਨ ਦਾ ਜਨਮ ਹੋਇਆ। ਸਤਿਗੁਰੂ ਬਾਣੀ ਵਿੱਚ ਬਚਨ ਆਖਦੇ, ਜਦੋਂ ਉਹ ਬੱਚਾ ਮਾਂ ਤੋਂ ਦੂਰ ਹੁੰਦਾ ਰੋਂਦਾ ਤੇ ਰੋਂਦੇ ਬੱਚੇ ਨੂੰ ਆਖਦੇ ਭਗਵਾਨ ਰੋ ਰਿਹਾ, ਫਿਰ ਸ਼ਬਦ ਇਹ ਵੀ ਵਰਤਦੇ ਹੈ, ਫਿਰ ਲੋਰੀਆਂ ਦਿੰਦੇ ਹੈ। ਗੁਰੂ ਅਰਜਨ ਸਾਹਿਬ ਜੀ ਦਾ ਬਚਨ ਹੈ, ਕਹਿਣ ਲੱਗੇ ਸਗਲੀ ਥੀਤ ਪਾਸ ਡਾਰ ਰਾਖੀ, ਸਾਰੀਆਂ ਥਿੱਤਾਂ ਕੋਲ ਰੱਖ ਲੀਆਂ। ਅਸ਼ਟਮ ਥੀਤ ਗੋਬਿੰਦ ਜਨਮਾਸੀ, ਤੇ ਇੱਕ ਜਨਮ ਅਸ਼ਟਮੀ ਨੂੰ ਇਹ ਸ਼ਬਦ ਵਰਤ ਦਿੱਤਾ, ਅੱਜ ਭਗਵਾਨ ਦਾ ਜਨਮ ਹੈ। ਅਗਲੇ ਬਚਨ ਸਾਹਿਬ ਕਹਿਣ ਲੱਗੇ ਭਰਮ ਭੂਲੇ ਨਰ ਕਰਤ ਕਚਰਾਇਨ, ਭਰਮ ਦੇ ਵਿੱਚ ਭੁੱਲੇ ਹੋਏ ਲੋਕ ਕੱਚੀਆਂ ਗੱਲਾਂ ਕਰਦੇ ਐ, ਉਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਜਨਮ ਮਰਨ ਤੇ ਰਹਿਤ ਨਾਰਾਇਣ। ਪਰਮਾਤਮਾ ਜਿਹੜਾ ਉਹ ਜੰਮਣ ਮਰਨ ਤੋਂ ਰਹਿਤ ਹੈ, ਉਹ ਜੂਨਾਂ ਵਿੱਚ ਨਹੀਂ ਆਉਂਦਾ, ਉਹਦਾ ਪ੍ਰਕਾਸ਼ ਆਪਣੇ ਆਪ ਤੋਂ, ਉਹਦਾ ਕੋਈ ਮਾਂ ਬਾਪ ਨਹੀਂ ਹੈ। ਸਾਹਿਬ ਕਹਿਣ ਲੱਗੇ ਭਰਮ ਭੂਲੇ ਨਰ ਕਰਤ ਕਚਰਾਇਨ, ਜਨਮ ਮਰਨ ਤੇ ਰਹਿਤ ਨਾਰਾਇਣ। ਫਿਰ ਤੁਹਾਨੂੰ ਪਤਾ ਹੋਵੇ ਸ਼ਾਇਦ ਜਨਮ ਅਸ਼ਟਮੀ ਵਾਲੇ ਦਿਨ ਦੀ ਇਹਨਾਂ ਦੀ ਰੀਤ, ਬ੍ਰਾਹਮਣ ਪੰਜੀਰੀ ਬਣਾਉਂਦਾ ਹੈ, ਫਿਰ ਉਹ ਕਈ ਵਾਰੀ ਪੰਜੀਰੀ ਮੁੱਖ ਨੂੰ ਲਾਉਂਦਾ ਹੈ, ਮੂਰਤੀ ਨੂੰ, ਮੂਰਤੀ ਦੇ ਮੁੱਖ ਨੂੰ ਪੰਜੀਰੀ ਲਾਉਂਦਾ ਹੈ ਲੁਕ ਕੇ। ਸਾਹਿਬ ਕਹਿਣ ਲੱਗੇ ਕਰ ਪੰਜੀਰੀ, ਕਰ ਪੰਜੀਰ ਖਵਾਇਓ ਚੋਰ,
ਤੂੰ ਲੁਕ ਕੇ ਚੋਰਾਂ ਵਾਂਗ ਆਪਣੇ ਭਾਣੇ ਪਰਮਾਤਮਾ ਨੂੰ ਪੰਜੀਰੀ ਖਵਾਉਣਾ। ਕਰ ਪੰਜੀਰ ਖਵਾਇਓ ਚੋਰ, ਜਨਮ ਮਰਨ ਤੇ ਸਾਕਤ ਢੋਰ। ਸਹਿਬ ਕਹਿਣ ਲੱਗੇ ਹੋ ਭਲਿਆ ਸਾਕਤ ਬੰਦੇ, ਤੈਨੂੰ ਖਿਆਲ ਨਹੀਂ ਹੈ ਜਿਹੜਾ ਪਰਮਾਤਮਾ ਹੈ ਉਹ ਜੰਮਦਾ ਮਰਦਾ ਹੀ ਨਹੀਂ ਹੈ। ਅਗਲੇ ਬਚਨ ਜਿਹੜੇ ਲੋਰੀਆਂ ਦਿੰਦੇ ਆ, ਸਤਿਗੁਰੂ ਨੇ ਉਹਨਾਂ ਲਈ ਬਚਨ ਵਰਤਿਆ, ਸਗਲ ਪਰਾਧ ਦੇਹ ਲੋ ਰੋਨੀ। ਬਹੁਤ ਵੱਡਾ ਪਾਪ ਹੈ ਜਿਹੜੇ ਲੋਕ ਇਹ ਆਖਦੇ ਆ ਭਗਵਾਨ ਰੋਂਦਾ, ਅਸੀਂ ਇਹਨੂੰ ਲੋਰੀ ਦੇ ਰਹੇ ਹਾਂ। ਜਿਹੜੇ ਪੰਗੂੜੇ ਵਿੱਚ ਪਾ ਕੇ ਤੇ ਲੋਰੀ ਦਿੰਦੇ ਆ, ਸਗਲ ਪਰਾਧ ਦੇ ਲੋ ਰੋਨੀ, ਸੋ ਮੁਖ ਜਲੈ ਜਿਤ ਕਹੇ ਠਾਕੁਰ ਜੋਨੀ। ਉਹ ਮੁਖ ਸੜ ਜਾਣਾ ਚਾਹੀਦਾ ਜਿਹੜਾ ਸ਼ਬਦ ਇਹ ਵਰਤਦਾ ਵੀ ਭਗਵਾਨ ਜੂਨਾ ਵਿੱਚ ਆਉਂਦਾ। ਇਹ ਗੁਰੂ ਅਰਜਨ ਦੇਵ ਜੀ ਕਹਿ ਰਹੇ। ਗੁਰੂ ਅਰਜਨ ਸਾਹਿਬ ਕਹਿਣ ਲੱਗੇ ਨਹੀਂ, ਜਿਹਨੂੰ ਬਚਨ ਗੁਰੂ ਨਾਨਕ ਸਾਹਿਬ ਕਹਿੰਦੇ ਅਜੂਨੀ ਸਹਿ ਭੰਗ, ਪਰਮਾਤਮਾ ਤੇ ਜੂਨਾ ਤੋਂ ਰਹਿਤ ਹੈ। ਤੁਹਾਨੂੰ ਇੱਕ ਬੇਨਤੀ ਮੈਂ ਹੋਰ ਕਹਿਣ ਲੱਗਿਆ, ਇਹ ਵੀ ਰੱਬੀ ਬਾਣੀ ਦੇ ਬਚਨ ਨੇ। ਕਈਆਂ ਨੇ ਆਖਿਆ ਵੀ ਜਿਹੜਾ ਭਗਵਾਨ ਹੈ ਨਾ, ਇਹਦਾ ਜਨਮ ਇਹ ਨੰਦ ਦਾ ਪੁੱਤਰ ਹੈ। ਥੋੜਾ ਜਿਹਾ ਤੁਸੀਂ ਪਿਛੋਕੜ ਵਿੱਚ ਜਾਓ ਤੇ ਤੁਹਾਨੂੰ ਗੱਲ ਧਿਆਨ ਆਏਗੀ। ਜਿਹੜੇ ਕ੍ਰਿਸ਼ਨ ਜੀ ਸਨ, ਕ੍ਰਿਸ਼ਨ ਜੀ ਦਾ ਜਦੋਂ ਜਨਮ ਹੋਇਆ ਤੇ ਇਹਨਾਂ ਦੇ ਜਿਹੜੇ ਮਾਮਾ ਜੀ ਕੰਸ, ਜਿਨ੍ਹਾਂ ਦਾ ਨਾਮ ਸੀ, ਕੰਸ ਨੇ ਆਖਿਆ ਵੀ ਮੈਂ ਕ੍ਰਿਸ਼ਨ ਨੂੰ ਮਾਰ ਮੁਕਾਵਾਂਗਾ। ਕ੍ਰਿਸ਼ਨ ਦੇ ਪਿਤਾ ਜੀ ਵਾਸੁਦੇਵ ਨੂੰ ਜਦੋਂ ਪਤਾ ਲੱਗਿਆ ਵੀ ਇਹ ਮਾਰ ਮੁਕਾਉਣ ਦੇ ਯਤਨ ਕਰੇਗਾ, ਉਹ ਬਹੁਤ ਦੂਰ ਜਾ ਕੇ ਗੋਕਲ ਦਾ ਗਵਾਲਾ, ਇੱਕ ਗੋਕਲ ਦਾ ਰਹਿਣ ਵਾਲਾ ਗਵਾਲਾ ਜਿਹਦਾ ਨਾਮ ਸੀ ਨੰਦ, ਤੇ ਕ੍ਰਿਸ਼ਨ ਜੀ ਨੂੰ ਇਉਂ ਮੰਨ ਲਓ ਨੰਦ ਦੀ ਝੋਲੀ ਵਿੱਚ ਪਾਇਆ। ਤੇ ਲੋਕਾਂ ਬਹੁਤੀ ਵਾਰੀ ਆਖਿਆ ਵੀ ਕ੍ਰਿਸ਼ਨ ਜੀ ਨੰਦ ਦਾ ਪੁੱਤਰ ਹੈ, ਤੇ ਬਚਨ ਆਖੇ ਵੀ ਕ੍ਰਿਸ਼ਨ ਜੀ ਭਗਵਾਨ ਹੈ। ਤੇ ਗੁਰੂ ਭਗਤ ਕਬੀਰ ਸਾਹਿਬ ਦਾ ਬਚਨ ਹੈ, ਬੜੇ ਧਿਆਨ ਨਾਲ ਸੁਣਿਓ। ਉਹਨਾਂ ਆਖਿਆ ਵੀ ਨੰਦ ਦਾ ਪੁੱਤਰ ਭਗਵਾਨ ਹੈ, ਤੇ ਭਗਵਾਨ ਕਹਿ ਕੇ ਪੂਜਾ ਆਰੰਭ ਕਰ ਦਿੱਤੀ। ਭਗਤ ਕਬੀਰ ਜੀ ਕਹਿਣ ਲੱਗੇ ਭਲਿਓ, ਜੇ ਨੰਦ ਦਾ ਪੁੱਤਰ ਭਗਵਾਨ ਹੈ ਫਿਰ ਨੰਦ ਕੀ ਹੋਇਆ? ਬਾਪ ਵੀ ਤੇ ਫਿਰ ਭਗਵਾਨ ਦਾ ਪਿਓ ਹੋਏਗਾ, ਉਹ ਤੇ ਉਦੋਂ ਵੱਧ ਕੇ ਹੈ। ਫਿਰ ਸਤਿਗੁਰੂ ਨੇ ਅਗਲਾ ਸਵਾਲ ਕੀਤਾ, ਕਹਿੰਦੇ ਜਦੋਂ ਧਰਤੀ ਆਕਾਸ਼ ਪਾਣੀ ਕੋਈ ਜੰਮਣ ਮਰਨ ਹੈ ਹੀ ਨਹੀਂ ਸੀ, ਫਿਰ ਉਦੋਂ ਭਗਵਾਨ ਕਿੱਥੇ ਸੀ? ਭਗਤ ਕਬੀਰ ਸਾਹਿਬ ਨੇ ਜਿਹੜੀ ਗੱਲ ਸਮਝਾਈ, ਕਹਿਣ ਲੱਗੇ ਇਹ ਇੱਕ ਭੁਲੇਖਾ ਹੈ। ਬਚਨ ਵਰਤਿਆ, ਤੁਮ ਜੋ ਕਹਿਤ ਹੋ ਨੰਦ ਕੋ ਨੰਦਨ, ਨੰਦ ਕੋ ਨੰਦਨ ਕਾਕੋ ਰੇ, ਧਰਨ ਆਕਾਸ਼ ਦਸੋ ਦਿਸ ਨਾਹੀ, ਤਬ ਇਹ ਨੰਦ ਕਹਾਂ ਥੋਰੇ। ਜਦੋਂ ਧਰਤੀ ਆਕਾਸ਼ ਹੀ ਨਹੀਂ ਸੀ, ਜਦੋਂ ਕੋਈ ਜੀਵ ਦਾ ਜਨਮ ਹੀ ਨਹੀਂ ਸੀ, ਕੋਈ ਮਰਨ ਹੀ ਨਹੀਂ ਸੀ, ਇਹਦਾ ਮਤਲਬ ਉਦੋਂ ਭਗਵਾਨ ਹੈ ਹੀ ਨਹੀਂ ਸੀ। ਸਤਿਗੁਰੂ ਨੇ ਬਚਨ ਵਰਤਿਆ, ਸੰਕਟ ਨਹੀਂ ਪਰੈ ਜੂਨ ਨਹੀਂ ਆਵੇ। ਜਿਹੜਾ ਪਰਮਾਤਮਾ ਹੈ ਉਹ ਕਿਸੇ ਜੂਨ ਵਿੱਚ ਜਨਮ ਨਹੀਂ ਲੈਂਦਾ। ਸੰਕਟ ਨਹੀਂ ਪਰੈ ਜੋਨ ਨਹੀਂ ਆਵੇ। ਸਾਹਿਬ ਕਹਿਣ ਲੱਗੇ ਇਹ ਤੁਹਾਨੂੰ ਭੁਲੇਖਾ ਹੈ, ਉਹ ਪਰਮਾਤਮਾ ਤੇ ਜੰਮਣ ਮਰਨ ਤੋਂ ਰਹਿਤ ਹੈ। ਇਹੀ ਕਾਰਨ ਮੈਂ ਤੁਹਾਨੂੰ ਬੇਨਤੀ ਕਰਾਂ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬੜੇ ਧਿਆਨ ਨਾਲ ਸੁਣਿਓ, ਉਹਨਾਂ ਕਦੀ ਨਹੀਂ ਆਖਿਆ ਮੈਂ ਭਗਵਾਨ ਹੈ, ਇਹ ਸ਼ਬਦ ਕਦੀ ਨਹੀਂ ਵਰਤਿਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਉਸ ਇੱਕ ਅਕਾਲ ਪੁਰਖ ਦੀ ਗੱਲ ਤਾਂ ਕੀਤੀ, ਪਰ ਇਹ ਕਦੀ ਸ਼ਬਦ ਨਹੀਂ ਅਰਤਿਆ ਵੀ ਮੇਰੀ ਪੂਜਾ ਕਰੋ, ਮੈਨੂੰ ਭਗਵਾਨ ਕਹੋ। ਆ ਵੀ ਜਪਜੀ ਸਾਹਿਬ ਦੀ ਬਾਣੀ ਅੰਦਰ ਜਿੰਨੇ ਬਚਨ ਨੇ, ਜਿਨ੍ਹਾਂ ਨੂੰ ਆਪਾਂ ਵਿਚਾਰੀ ਜਾ ਰਹੇ ਹਾਂ, ਇਹ ਤੇ ਸਤਿਗੁਰੂ ਦੇ ਬਚਨ ਨੇ ਕਿ ਉਹ ਪਰਮਾਤਮਾ ਹੈ ਜਿਹੜਾ ਇੱਕ ਹੈ, ਗੁਰੂ ਤੇ ਰੱਬੀ ਗਿਆਨ ਬਖਸ਼ਦਾ ਹੈ।
ਸਾਹਿਬ ਕਹਿਣ ਲੱਗੇ ਉਹ ਪਰਮਾਤਮਾ ਜਿਹਦਾ ਨਾਮ ਸੱਚਾ ਹੈ, ਉਹ ਪਰਮਾਤਮਾ ਜਿਹੜਾ ਸਭ ਕੁਝ ਕਰਨ ਦੇ ਸਮਰੱਥ ਹੈ, ਸਭ ਕੁਝ ਕੀਤਾ ਹੋਇਆ ਹੈ, ਉਹੀ ਨਿਰਭਉ ਨਿਰਵੈਰ ਹੈ, ਉਹੀ ਕਾਲ ਤੋਂ ਰਹਿਤ ਹੈ। ਸਤਿਗੁਰੂ ਮਹਾਰਾਜ ਕਹਿਣ ਲੱਗੇ ਉਹ ਪਰਮਾਤਮਾ ਹੀ ਹੈ, ਜਿਹੜਾ ਮਾਲਕ ਹੈ ਉਹ ਅਜੂਨੀ ਸਹਿਭੰਗ ਹੈ, ਉਹ ਜੂਨਾ ਤੋਂ ਰਹਿਤ ਹੈ, ਉਹ ਤੇ ਘਟ ਘਟ ਵਿੱਚ ਵਸਦਾ ਹੈ। ਆਪਾਂ ਬਚਨ ਪੜ੍ਹਦੇ ਹਾਂ, ਉਹਦਾ ਅੰਤ ਕੋਈ ਨਹੀਂ। ਗੁਰੂ ਨਾਨਕ ਸਾਹਿਬ ਜੀ ਦੇ ਬਚਨ ਆਉਂਦਾ ਹੈ, ਕੌਣ ਤਰਾਜੀ ਕਵਣ ਤੁਲਾ, ਤੇਰਾ ਕਵਨ ਸਰਾਪ ਬੁਲਾਵਾ, ਕੌਣ ਗੁਰੂ ਕਹਿ ਪਹਿ ਦੀਖਿਆ ਲੇਵਾ, ਕਹਿ ਪੈ ਮੁੱਲ ਕਰਾਵਾ, ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ, ਤੂੰ ਜਲ ਥਲ ਮਹੀਲ ਭਰਪੁਰ ਲੀਨਾ, ਤੂੰ ਆਪੇ ਸਰਬ ਸਮਾਨਾ। ਇਹਦੇ ਅਰਥ ਨੇ ਕਹਿਣ ਲੱਗੇ ਉਹ ਕਿਹੜੀ ਤਕੜੀ ਹੈ। ਸਤਿਗੁਰੂ ਆਪ ਹੀ ਸਵਾਲ ਪੈਦਾ ਕਰਦੇ ਹੈ, ਉਹ ਕਿਹੜੀ ਤਕੜੀ ਹੈ। ਕੌਣ ਤਰਾਜੀ ਕਵਣ ਤੁਲਾ, ਉਹ ਕਿਹੜਾ ਵੱਟਾ ਹੈ। ਕੌਣ ਤਰਾਜੀ ਕਵਣ ਤੁਲਾ, ਤੇਰਾ ਕਵਨ ਸਰਾਪ ਬੁਲਾਵਾ, ਉਹ ਕਿਹੜਾ ਵਪਾਰੀ ਹੈ ਜਿਹਨੂੰ ਬੁਲਾਵਾ ਤੇ ਰੱਬਾ ਤੈਨੂੰ ਤੋਲ ਕੇ ਦੱਸ ਦੇ ਤੂੰ ਇਹੋ ਜਿਹਾ, ਤੇਰਾ ਇੰਨਾ ਕੋ ਭਾਰ ਆਕਾਰ ਹੈ। ਫਿਰ ਆਪ ਹੀ ਕਹਿੰਦੇ ਕਹਿਣ ਲੱਗੇ ਭਲਿਓ, ਕੌਣ ਤਰਾਜੀ ਕਵਣ ਤੁਲਾ, ਤੇਰਾ ਕਵਨ ਸਰਾਪ ਬੁਲਾਵਾ, ਕੌਣ ਗੁਰੂ ਕਹਿ ਪਹਿ ਦੀਖਿਆ ਲੇਵਾ, ਕਹਿ ਪੈ ਮੁੱਲ ਕਰਾਵਾ, ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ, ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਤੂੰ ਜਲ ਥਲ ਮਹੀਲ ਭਰਪੁਰ ਲੀਨਾ, ਤੂੰ ਆਪੇ ਸਰਬ ਸਮਾਨਾ। ਤੂੰ ਜਲ ਵਿੱਚ, ਤੂੰ ਥਲ ਵਿੱਚ, ਤੂੰ ਆਕਾਸ਼ ਵਿੱਚ, ਸਭ ਤਾਂ ਤੇ ਸਮਾਇਆ ਹੋਇਆ। ਤੂੰ ਜਲ ਥਲ ਮਹੀਲ ਭਰਪੁਰ ਲੀਨਾ, ਤੂੰ ਆਪੇ ਸਰਬ ਸਮਾਨਾ। ਹਾਂ ਮੈਂ ਤੇ ਇੰਨਾ ਕਰਮ ਕਰ ਸਕਣਾ, ਮਨ ਤਰਾਜੀ ਚਿੱਤ ਤੁਲਾ, ਤੇਰੀ ਸੇਵ ਸਰਾਪ ਬੁਲਾਵਾ, ਘਟ ਹੀ ਪੀਤਰ 100 ਤੋਲੀ, ਇਨ ਵਿਦ ਚਿੱਤ ਰਹਾਵਾ। ਮੈਂ ਤੇ ਆਪਣੇ ਮਨ ਨੂੰ ਤੇਰੇ ਚਰਨਾਂ ਵਿੱਚ ਜੋੜ ਕੇ ਤੇ ਆਪਣਾ ਜੀਵਨ ਸਫਲ ਕਰ ਸਕਦਾ ਹੈ, ਪਰ ਮਾਲਕ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਤੂੰ ਬੇਅੰਤ ਹੈ। ਜਿਹਨੂੰ ਰਹਿਰਾਸ ਸਾਹਿਬ ਦੀ ਬਾਣੀ ਵਿੱਚ ਆਪਾਂ ਨਿਤ ਪੜ੍ਹਦੇ ਹਾਂ, ਸੁਣ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਸੁਣ ਕੇ ਸਾਰੇ ਆਖਦੇ ਆ ਪਰਮਾਤਮਾ ਬੇਅੰਤ ਹੈ, ਕੇਵਡ ਵੱਡਾ ਡੀਠਾ ਹੋਏ, ਪਰ ਜਿਹੜਾ ਉਸ ਮਾਲਕ ਦੇ ਚਰਨਾਂ ਵਿੱਚ ਜੁੜਦਾ ਉਹਨੂੰ ਗਿਆਤ ਹੈ ਉਹ ਕਿੰਨਾ ਬੇਅੰਤ ਹੈ। ਸੁਣ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਉਸ ਮਾਲਕ ਦੀ ਕੋਈ ਕੀਮਤ ਨਹੀਂ ਪਾ ਸਕਦਾ, ਉਸ ਮਾਲਕ ਦੇ ਪ੍ਰਤੀ ਪੂਰਨ ਤੌਰ ਤੇ ਕਹਿਆ ਨਹੀਂ ਜਾ ਸਕਦਾ। ਕਹਿਣ ਵਾਲੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਉਸ ਮਾਲਕ ਦੇ ਵਿੱਚ ਸਮਾ ਗਏ। ਇੱਥੇ ਬਚਨ ਵਰਤਿਆ। ਸਤਿਗੁਰੂ ਕਹਿਣ ਲੱਗੇ ਜਿਹੜਾ ਪਰਮਾਤਮਾ ਉਹ ਅਜੂਨੀ, ਜੂਨਾ ਤੋਂ ਰਹਿਤ ਹੈ, ਸਹਿ ਭੰਗ, ਸੁੱਤੇ ਪ੍ਰਕਾਸ਼। ਇਹਦਾ ਅਰਥ ਭੁੱਲਿਓ ਨਾ, ਜਿਹਦਾ ਮਾਂ ਬਾਪ ਕੋਈ ਨਹੀਂ, ਜਿਹੜਾ ਆਪਣੇ ਆਪ ਤੋਂ ਹੈ। ਆਪਾਂ ਜਿੰਨੇ ਵੀ ਜੀਵ ਹੈ ਸਭ ਵਕਤ ਵਕਤ ਤੇ ਜੂਨਾ ਭੋਗੀ ਜਾ ਰਹੇ ਹੈ, ਪਰ ਪਰਮਾਤਮਾ ਜਿਹੜਾ ਸਤਿਗੁਰੂ ਕਹਿਣ ਲੱਗੇ ਜੂਨਾ ਤੋਂ ਰਹਿਤ ਹੈ, ਉਹਦਾ ਅੰਤ ਪਾਉਣਾ ਤੇ ਦੂਰ ਦੀ ਗੱਲ। ਜਪਜੀ ਸਾਹਿਬ ਵਿੱਚ ਇੱਕ ਬਚਨ ਪੜ੍ਹਦੇ ਹੋ, ਉਹਦੀ ਬਣਾਈ ਸ੍ਰਿਸ਼ਟੀ ਦਾ ਹੀ ਕੋਈ ਅੰਤ ਨਹੀਂ ਪਾ ਸਕਦਾ। ਆਪਾਂ ਇੱਕ ਬਚਨ ਪੜ੍ਹਦੇ ਹਾਂ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰੁਤੀ ਮਹੋ ਕਵਨ, ਜਿਤ ਹੁਆ ਆਕਾਰ। ਉਹ ਕਿਹੜਾ ਵੇਲਾ ਸੀ, ਉਹ ਕਿਹੜਾ ਵਕਤ ਸੀ, ਉਹ ਕਿਹੜਾ ਸਮਾਂ ਸੀ ਜਦੋਂ ਇਹ ਆਕਾਰ ਬਣਾਇਆ, ਸ੍ਰਿਸ਼ਟੀ ਬਣਾਈ। ਤੇ ਸਤਿਗੁਰੂ ਨੇ ਆਪ ਹੀ ਬਚਨ ਆਖੇ, ਕਹਿਣ ਲੱਗੇ ਵੇਲ ਨਾ ਪਾਈਆ ਪੰਡਤੀ, ਜੇ ਹੋਵੇ ਲੇਖ ਪੁਰਾਨ। ਪੰਡਤਾਂ ਨੂੰ ਨਹੀਂ ਪਤਾ
ਜੇ ਪਤਾ ਹੁੰਦਾ ਤੇ ਉਹ 18 ਪੁਰਾਣ ਨੇ, ਪੁਰਾਣ ਵਿੱਚ ਲਿਖ ਦਿੰਦੇ ਰੱਬ ਨੇ ਸ੍ਰਿਸ਼ਟੀ ਕਦੋਂ ਬਣਾਈ। ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲਿਖ ਪੁਰਾਣ, ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ। ਕਾਜੀ ਨੂੰ ਇਸ ਗੱਲ ਦਾ ਕੋਈ ਨਹੀਂ ਪਤਾ, ਜੇ ਪਤਾ ਹੁੰਦਾ ਉਹ ਕੁਰਾਨ ਵਿੱਚ ਲਿਖ ਦਿੰਦਾ। ਕੁਰਾਨ ਵਿੱਚ ਕੁਝ ਨਹੀਂ ਲਿਖਿਆ। ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹੋ ਨਾ ਕੋਈ, ਇਹ ਸ੍ਰਿਸ਼ਟੀ ਕਦੋਂ ਬਣਾਈ। ਇਹ ਥਿਤ ਵਾਰ ਦਾ ਕਿਸੇ ਜੋਗੀ ਨੂੰ ਨਹੀਂ ਪਤਾ। ਰੁੱਤ ਮਾਹ ਨਾ ਕੋਈ, ਕਿਸੇ ਰੁੱਤ ਮਹੀਨੇ ਦਾ ਜੋਗੀ ਨੂੰ ਨਹੀਂ ਪਤਾ। ਹੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਆਖਿਆ, ਸਤਿਗੁਰੂ ਫਿਰ ਤੁਸੀਂ ਦੱਸ ਦਿਓ। ਸਾਹਿਬ ਨਿਮਰਤਾ ਦੇ ਪੁੰਜ ਕਹਿਣ ਲੱਗੇ, ਭਲਿਆ ਜਾ ਕਰਤਾ ਸਿਰਠੀ ਕਉ ਸਾਜੇ, ਆਪੇ ਜਾਣੇ ਸੋਈ। ਜਿਹੜਾ ਮਾਲਕ ਸ੍ਰਿਸ਼ਟੀ ਨੂੰ ਸਾਜਦਾ ਹੈ, ਜਿਹਨੇ ਸਾਜੀ ਹੈ, ਉਹ ਬੇਅੰਤ ਹੈ। ਉਹ ਆਪਣੀ ਸਾਜਨਾ ਨੂੰ ਆਪ ਹੀ ਜਾਣਦਾ, ਦੂਜਾ ਕੋਈ ਨਹੀਂ ਜਾਣਦਾ। ਤਾਂ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਬੇਅੰਤ ਦੇ ਗੁਣਾਂ ਨੂੰ ਬਿਆਨ ਕਰਦਿਆਂ ਇਹ ਬਚਨ ਆਖਦੇ, ਕਹਿਣ ਲੱਗੇ, ਭਲਿਓ ਬੇਅੰਤ ਗੁਣਾਂ ਦੇ ਮਾਲਕ ਪਰਮਾਤਮਾ ਦਾ ਇੱਕ ਗੁਣ ਇਹ ਵੀ ਹੈ ਕਿ ਉਹ ਅਜੂਨੀ ਸਹਿ ਭੰਗ, ਜੂਨਾ ਤੋਂ ਰਹਿਤ ਹੈ। ਸਾਨੂੰ ਜਿਹੜਾ ਕਰਮ ਕਰਨਾ ਚਾਹੀਦਾ। ਕਹਿਣ ਲੱਗੇ, ਇੱਕ ਬਾਦਸ਼ਾਹ ਨੇ ਆਪਣੇ ਦੋ ਅਹਿਲਕਾਰਾਂ ਨੂੰ ਰਾਜ ਦੇ ਇੱਕ ਹਿੱਸੇ ਵਿੱਚ ਘੱਲਿਆ ਕਿ ਫਲਾਣੀ ਜਗ੍ਹਾ ਤੇ ਜਾਓ, ਨਾਲ ਕੁਝ ਸਿਪਾਹੀ ਲੈ ਜਾਓ, ਸਾਜੋ ਸਮਾਨ ਲੈ ਜਾਓ, ਤੇ ਜਿਹੜੀ ਪ੍ਰਜਾ ਉਹਦੀ ਸੇਵਾ ਕਰੋ। ਪ੍ਰਜਾ ਤੇ ਜਿਹੋ ਦੀ ਕੋਈ ਮੁਸ਼ਕਲ ਹੈ ਤੇ ਉਹਦੀ ਮੁਸ਼ਕਲ ਦੂਰ ਕਰੋ। ਦੋ ਅਹਿਲਕਾਰ ਗਏ, ਦੋਨਾਂ ਜਾ ਕੇ ਰਾਜੇ ਦੇ ਕਹੇ ਮੁਤਾਬਕ ਪ੍ਰਜਾ ਦੀ ਸਾਰ ਸੰਭਾਲ ਕੀਤੀ ਤੇ ਜਿੰਨੀ ਪ੍ਰਜਾ ਸੀ ਸਾਰੀ ਪ੍ਰਜਾ ਨੇ ਦੋਨਾਂ ਅਹਿਲਕਾਰਾਂ ਦਾ ਬੜੇ ਗੁਣ ਗਾਏ। ਬਹੁਤ ਧੰਨਵਾਦ ਕੀਤਾ ਵੀ ਤੁਸੀਂ ਆਏ, ਸਾਡੀ ਮਦਦ ਕੀਤੀ। ਉਹਨਾਂ ਵਿੱਚੋਂ ਜਿਹੜਾ ਇੱਕ ਅਹਿਲਕਾਰ ਸੀ ਨਾ, ਉਹ ਤੇ ਸਮਝਦੇ ਵੀ ਇਹ ਜਿਹੜੀ ਵਡਿਆਈ ਸਾਨੂੰ ਦੇ ਰਹੇ ਨੇ ਇਹ ਰਾਜੇ ਦੀ ਵਡਿਆਈ ਹੈ, ਕਿਉਂਕਿ ਸਾਨੂੰ ਤੇ ਰਾਜੇ ਨੇ ਘੱਲਿਆ ਤੇ ਉਹਦਾ ਹੀ ਸਾਜੋ ਸਮਾਨ ਹੈ, ਅਸੀਂ ਤੇ ਉਹਦੀ ਹੁਕਮਰਾਨ ਹੈ। ਤੇ ਉਹ ਰਾਜੇ ਦੀ ਵਡਿਆਈ ਜਾਣ ਕੇ ਪ੍ਰਸੰਨ ਹੁੰਦਾ ਵੀ ਇਹ ਜਿੰਨੀ ਪ੍ਰਜਾ ਸਿਫਤ ਕਰ ਰਹੀ ਹੈ, ਧੰਨਵਾਦ ਕਰ ਰਹੀ ਹੈ, ਇਹ ਰਾਜੇ ਦੀ ਹੈ। ਜਿਹੜਾ ਦੂਜਾ ਸੀ ਉਹ ਹੁਣ ਰਾਜੇ ਨੂੰ ਭੁੱਲ ਗਿਆ ਤੇ ਜਿਹੜੀ ਪ੍ਰਜਾ ਧੰਨਵਾਦ ਕਰੇ ਉਹ ਆਪਣੇ ਹੀ ਸਮਝਣ ਲੱਗ ਪਿਆ ਵੀ ਇਹ ਜਿੰਨੀ ਸਿਫਤ ਹੈ ਮੇਰੀ ਹੈ। ਵਕਤ ਆਇਆ, ਰਾਜੇ ਨੇ ਵਾਪਸ ਬੁਲਾਉਣ ਦਾ ਸੁਨੇਹਾ ਘੱਲ ਦਿੱਤਾ ਦੋਨਾਂ ਅਹਿਲਕਾਰਾਂ ਨੂੰ ਵੀ ਬਹੁਤ ਵਕਤ ਹੋ ਗਿਆ ਤੇ ਵਾਪਸ ਆ ਜਾਓ। ਹੁਣ ਇੱਕ ਅਹਿਲਕਾਰ ਤੇ ਰਾਜੇ ਦਾ ਹੁਕਮ ਮੰਨ ਕੇ ਜਿਹੜਾ ਸਮਝਦਾ ਸੀ ਵੀ ਰਾਜੇ ਨੇ ਘੱਲਿਆ ਤੇ ਰਾਜੇ ਦੀ ਵਡਿਆਈ ਹੈ, ਉਹ ਤੇ ਬਾਦਸ਼ਾਹ ਦਾ ਹੁਕਮ ਮੰਨ ਕੇ ਵਾਪਸ ਆ ਗਿਆ। ਜਿਹੜਾ ਦੂਜਾ ਸੀ ਉਹ ਆਪਣੇ ਆਪ ਨੂੰ ਹੀ ਬਾਦਸ਼ਾਹ ਕਹਾਉਣ ਲੱਗ ਪਿਆ, ਬਾਗੀ ਹੋ ਗਿਆ, ਹੁਕਮ ਨਾ ਮੰਨਿਆ। ਆਖਰ ਜਦੋਂ ਹੁਕਮ ਨਾ ਮੰਨਿਆ, 2-4 ਸੁਨੇਹੇ ਬਾਦਸ਼ਾਹ ਦੇ ਆਏ। ਫਿਰ ਬਾਦਸ਼ਾਹ ਨੇ ਆਪਣੇ ਸਿਪਾਹੀ ਘੱਲ ਕੇ ਗ੍ਰਿਫਤ ਵਿੱਚ ਕਰਕੇ ਤੇ ਉਹਨੂੰ ਕੈਦ ਕਰ ਦਿੱਤਾ, ਉਹਨੂੰ ਸਜ਼ਾ ਸੁਣਾਈ। ਤੂੰ ਆਪਣਾ ਫਰਜ਼ ਨਿਭਾਉਣ ਦੀ ਬਜਾਏ ਆਪਣੇ ਆਪ ਨੂੰ ਬਾਦਸ਼ਾਹ ਮੰਨ ਕੇ ਬਹਿ ਗਿਆ। ਇਹ ਬਿਲਕੁਲ ਕਹਾਣੀ ਮਨੁੱਖ ਦੀ ਹੈ। ਇੱਕ ਤੇ ਉਹ ਪੁਰਸ਼ ਹੈ ਜਿਹੜਾ ਰੱਬ ਦਾ ਘੱਲਿਆ ਸਮਝ ਕੇ ਤੇ ਇੱਥੇ ਆਪਣੀ ਕਿਰਤਕਾਰ ਕਰਦਿਆਂ ਜੇ ਕੋਈ ਭਲਾ ਕਰਮ ਵੀ ਕਰਦਾ ਹੈ ਤੇ ਸਮਝਦਾ ਵੀ ਇਹ ਸਾਰੀ ਉਸ ਮਾਲਕ ਦੀ ਦੇਣ ਹੈ, ਉਹਦੀ ਰਹਿਮਤ ਨਾਲ ਹੀ ਹੈ। ਇੱਕ ਉਹ ਹੈ ਇੱਥੇ ਆ ਕੇ ਅੱਤ ਦਾ ਅਹੰਕਾਰੀ ਹੋ ਜਾਂਦਾ ਹੈ, ਇਹ ਵੀ ਭੁੱਲ ਜਾਂਦਾ ਮੈਂ ਤੇ ਜੂਨ ਵਿੱਚ ਆਏ ਚਲੇ ਜਾਣਾ। ਜਦੋਂ ਉਹ ਆਪਣੇ ਆਪ ਨੂੰ ਹੀ ਅਹੰਕਾਰ ਵਿੱਚ ਸਭ ਕੁਝ ਸਮਝਦਾ ਹੈ, ਫਿਰ ਰੱਬ ਦੀ ਸਜ਼ਾ ਉਹ ਜੂਨਾਂ ਵਿੱਚ ਭੜਕਦਾ ਹੈ। ਗੁਰੂ ਇਹ ਗੱਲ ਆਖਦਾ ਹੈ, ਕਹਿਣ ਲੱਗੇ ਭਲਿਆ
ਤੂੰ ਕੇਵਲ ਇੱਥੇ ਜੂਨ ਭੁਗਤਣਾ ਹੈ। ਮੈਂ ਫਿਰ ਤੁਹਾਨੂੰ ਬੇਨਤੀ ਕਹਿਣ ਲੱਗਿਆ, ਕਦੀ ਆਪਣੇ ਮਨਾਂ ਵਿੱਚ ਇਹ ਖਿਆਲ ਕਰਿਆ ਕਰੋ, ਘਰਾਂ ਵਿੱਚ ਕਿੱਲਿਆਂ ਤੇ ਪਸ਼ੂ ਬੰਨੇ ਨੇ, ਉਹ ਵੀ ਇੱਕ ਜੂਨ ਭੋਗ ਰਹੇ ਹੈ। ਘਰਾਂ ਵਿੱਚ ਕੂਕਰ ਨੇ, ਪੰਛੀ ਉੱਡ ਰਹੇ ਹੈ, ਉਹ ਵੀ ਇੱਕ ਜੂਨ ਭੋਗ ਰਹੇ ਹੈ। ਆਪਾਂ ਵੀ ਇੱਕ ਮਨੁੱਖ ਦੀ ਜੂਨ ਭੋਗ ਰਹੇ ਹੈ। ਹਾਂ, ਉਹ ਗੱਲ ਵੱਖਰੀ ਹੈ, ਗੁਰੂ ਨੇ ਆਖਿਆ ਵੀ ਜਿਹੜਾ ਮਨੁੱਖਾ ਜਨਮ ਹੈ ਇਹ ਸਭ ਤੋਂ ਉੱਤਮ ਹੈ। ਸਾਹਿਬ ਨੇ ਇਹ ਬਾਣੀ ਵਿੱਚ ਬਚਨ ਆਖੇ, ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਪਨਿਹਾਰੀ। ਤੂੰ ਇਸ ਧਰਤੀ ਦਾ ਮਾਨੋ ਰੱਬ ਨੇ ਸਰਦਾਰ ਬਣਾਇਆ ਤਾਂ ਕਰਕੇ ਕਿਉਂਕਿ ਤੂੰ ਚੰਗੇ ਕਰਮ ਕਰ ਸਕੇ। ਤੈਨੂੰ ਰੱਬ ਨੇ ਬੁੱਧ ਦਿੱਤੀ ਹੈ, ਤੂੰ ਗੁਰੂ ਦਾ ਗਿਆਨ ਧਾਰਨ ਕਰਕੇ ਆਪਣੇ ਜੀਵਨ ਨੂੰ ਸਵਾਰ ਸਕੇ। ਪਰ ਮਨੁੱਖ ਜਦੋਂ ਚੰਗੇ ਮਨੁੱਖਾਂ ਵਾਲੇ ਕਰਮ ਹੀ ਨਹੀਂ ਕਰਦਾ, ਫਿਰ ਸਾਹਿਬ ਬਾਣੀ ਵਿੱਚ ਆਖਦੇ ਵੀ ਇਹ ਜਨਮ ਵੀ ਤੂੰ ਗੁਰੂ ਦੇ ਬਖਸ਼ਿਸ਼ ਤੋਂ ਬਿਨਾਂ ਵਿਅਰਥ ਗਵਾ ਲੈਂਦੇ। ਤਾਂ ਮੂਲ ਮੰਤਰ ਦੀ ਵਿਆਖਿਆ ਵਿੱਚ ਫਿਰ ਇੱਕ ਵਾਰ ਮੈਂ ਬਾਰ-ਬਾਰ ਤਾਂ ਦੁਹਰਾਉਣਾ, ਇਹ ਸ਼ਬਦ ਹਿਰਦੇ ਵਿੱਚ ਵਸ ਜਾਣ। ਇੱਕ ਓੰਕਾਰ ਪਰਮਾਤਮਾ ਇੱਕ ਹੈ, ਸਤਿਨਾਮ ਉਹਦਾ ਨਾਮ ਸੱਚਾ ਹੈ, ਕਰਤਾ ਪੁਰਖ ਸਭ ਕੁਝ ਉਸੇ ਦਾ ਕਰਿਆ ਹੋਇਆ, ਉਹ ਕਰਨ ਦੇ ਸਮਰੱਥ ਹੈ। ਨਿਰਭਉ ਨਿਰਵੈਰ, ਉਹਨੂੰ ਕਿਸੇ ਦਾ ਭੈ ਨਹੀਂ, ਕਿਸੇ ਦਾ ਡਰ ਨਹੀਂ। ਅਕਾਲ ਮੂਰਤ, ਉਹ ਕਾਲ ਸਮਾਂ ਮੌਤ ਤੋਂ ਪਰੇ ਹੈ। ਅਜੂਨੀ ਸਹਿਭੰਗ, ਉਹ ਜੂਨਾਂ ਤੋਂ ਰਹਿਤ ਹੈ। ਸੁੱਤੇ ਪ੍ਰਕਾਸ਼, ਉਹਦਾ ਜਨਮ ਪ੍ਰਕਾਸ਼ ਆਪਣੇ ਆਪ ਤੋਂ ਹੈ। ਕੱਲ ਰੋਜ਼ ਆਪਾਂ ਬਚਨ ਬਾਚਾਂਗੇ ਉਹਦੀ ਪ੍ਰਾਪਤੀ ਕਿਵੇਂ ਹੋਵੇ। ਉਹਦੀ ਪ੍ਰਾਪਤੀ ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਨਾਲ ਹੁੰਦੀ ਹੈ। ਇਹਨੂੰ ਆਪਾਂ ਕੱਲ ਵਿਚਾਰਾਂਗੇ। ਅੱਜ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਭੁੱਲ ਚੁੱਕ ਦੀ ਖਿਮਾ ਬਖਸ਼ਣਾ ਜੀ।